ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਕਲਿੱਪ ਦੇ ਵਿੱਚ ਆਪਾਂ ਜ਼ਫ਼ਰਨਾਮੇ ਬਾਰੇ ਕੁਝ ਵਿਚਾਰ ਕਰਾਂਗੇ, ਜਿਹੜੀ ਕਿ ਆਮ ਸਿੱਖ ਤੱਕ ਨਹੀਂ ਪਹੁੰਚ ਸਕੀ। ਉਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਗੱਲ ਇਉਂ ਹੈ ਕਿ ਸਿੱਖ ਮਾਈ ਭਾਈ ਨੂੰ ਆਮ ਤੌਰ 'ਤੇ ਕਿਤਾਬਾਂ ਪੜ੍ਹਨ ਦਾ ਸ਼ੌਂਕ ਨਹੀਂ ਹੈ। ਸਕੂਲ ਕਾਲਜ ਦੇ ਵਿੱਚ ਪੜ੍ਹਨ ਵਾਲੇ ਨੌਜਵਾਨ ਬੱਚੇ ਬੱਚੀਆਂ ਉਹ ਵੀ ਕੇਵਲ ਸਿਲੇਬਸ ਦੀਆਂ ਕਿਤਾਬਾਂ ਪੜ੍ਹਦੇ ਨੇ, ਰੱਟਾ ਲਾਉਂਦੇ ਨੇ ਅਤੇ ਬਾਅਦ ਦੇ ਵਿੱਚ ਨੌਕਰੀ ਮਿਲਣ ਤੱਕ ਉਹਨਾਂ ਦਾ ਇਸੇ ਪਾਸੇ ਕਿਤਾਬਾਂ ਪੜ੍ਹਨ ਦਾ ਰੁਝਾਨ ਹੁੰਦਾ ਹੈ। ਅਤੇ ਬਾਅਦ ਦੇ ਵਿੱਚ ਨੌਕਰੀ 'ਤੇ ਲੱਗ ਕੇ ਵੀ ਕੋਈ ਵਿਰਲਾ ਹੋਵੇਗਾ ਜਿਹੜਾ ਕਿਤਾਬਾਂ ਪੜ੍ਹਨ ਦਾ ਸ਼ੌਂਕ ਰੱਖਦਾ ਹੈ, ਨਹੀਂ ਤਾਂ ਆਪਣੀ ਨੌਕਰੀ ਜਾਂ ਹੋਰ ਜੋ ਉਹਨਾਂ ਦੇ ਦਿਲਚਸਪੀ ਦੇ ਕੰਮ ਨੇ ਉਹ ਕਰਦੇ ਰਹਿੰਦੇ ਨੇ। ਇਸੇ ਤਰ੍ਹਾਂ ਕਿਸੇ ਵੀ ਸਿੱਖ ਘਰ ਦੇ ਵਿੱਚ ਬਹੁਤ ਘੱਟ ਮੈਨੂੰ ਸਾਰੀ ਉਮਰ 'ਚ ਵੇਖਣ ਨੂੰ ਮਿਲਿਆ ਕਿ ਘਰ ਦੇ ਵਿੱਚ ਕੋਈ ਅਲਮਾਰੀ ਚੰਗੀਆਂ ਕਿਤਾਬਾਂ ਦੀ ਭਰੀ ਹੋਵੇ ਅਤੇ ਵਿਹਲੇ ਵੇਲੇ ਕੋਈ ਕਿਤਾਬਾਂ ਪੜ੍ਹ ਲਈਆਂ ਜਾਣ ਅਤੇ ਉਹਦੇ ਕੁਝ ਖਾਸ ਨੁਕਤੇ ਆਪਣੇ ਦਿਮਾਗ 'ਚ ਬਿਠਾਏ ਜਾਣ, ਯਾਦ ਕੀਤੇ ਜਾਣ। ਇਹੋ ਜਿਹਾ ਕੋਈ ਵੀ ਸਾਡੇ ਘਰਾਂ 'ਚ ਸ਼ੌਂਕ ਨਹੀਂ ਪਾਲਿਆ ਜਾਂਦਾ ਕਿ ਅਸੀਂ ਅਲਮਾਰੀ ਕਿਤਾਬਾਂ ਦੀ ਭਰ ਕੇ ਰੱਖੀਏ। ਸਮੇਂ ਸਮੇਂ 'ਤੇ ਜਿਹੜੀ ਕੋਈ ਮਨ ਨੂੰ ਟੁੰਬਣ ਵਾਲੀ ਚੰਗੇ ਵਿਦਵਾਨ ਦੀ ਕਿਤਾਬ ਹੈ ਉਹ ਘਰ ਦੇ ਵਿੱਚ ਲਈਏ। ਅਸੀਂ ਸਾਰੇ ਸਿੱਖ ਅਖਵਾਉਣ ਵਾਲੇ ਹਾਂ ਅਤੇ ਸਾਡੇ ਆਮ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਅਰਥਾਂ ਵਾਲੀਆਂ ਪੋਥੀਆਂ ਜਾਂ ਦੋ ਹਿੱਸਿਆਂ 'ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਾਲੇ ਭਾਗ ਉਹ ਵੀ ਸਾਡੇ ਆਮ ਸਿੱਖਾਂ ਦੇ ਘਰਾਂ 'ਚ ਨਹੀਂ ਮਿਲਦੇ। ਤਾਂ ਇਸੇ ਤਰ੍ਹਾਂ ਸਾਡੇ ਗੁਰਦੁਆਰਿਆਂ ਦੇ ਨਾਲ ਵੀ ਲਾਇਬ੍ਰੇਰੀਆਂ ਬਣਾਉਣ ਦਾ ਕਦੇ ਉਪਰਾਲਾ ਨਹੀਂ ਕੀਤਾ ਗਿਆ ਅਤੇ ਸਾਡੇ ਸਕੂਲਾਂ ਦੇ ਨਾਲ ਵੀ ਲਾਇਬ੍ਰੇਰੀਆਂ ਕਿਤੇ ਕਿਤੇ ਮਿਲਦੀਆਂ ਨੇ, ਨਹੀਂ ਤਾਂ ਸਕੂਲਾਂ ਦੇ ਨਾਲ ਵੀ ਲਾਇਬ੍ਰੇਰੀਆਂ ਨਹੀਂ ਮਿਲਦੀਆਂ। ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਕੁਝ ਲਾਇਬ੍ਰੇਰੀਆਂ ਹੈਗੀਆਂ, ਪਰ ਉੱਥੇ ਵੀ ਜਿਹੜੇ ਪ੍ਰੋਫੈਸਰ ਨੇ ਉਹ ਪ੍ਰੇਰਨਾ ਕਰਕੇ ਨੌਜਵਾਨਾਂ ਨੂੰ ਉਸ ਪਾਸੇ ਘੱਟ ਲਾਉਂਦੇ ਨੇ ਅਤੇ ਸਿਲੇਬਸ ਦੀਆਂ ਕਿਤਾਬਾਂ ਹੀ ਪੜ੍ਹਾਈ ਜਾਂਦੇ ਨੇ। ਇੱਥੇ ਜਿਹੜਾ ਹੋਰ ਇੱਕ ਇਦੋਂ ਅੱਗੇ ਦਾ ਕੌੜਾ ਸੱਚ ਮੈਂ ਤੁਹਾਡੇ ਸਨਮੁਖ ਰੱਖਣ ਲੱਗਿਆ ਉਹ ਇਹ ਹੈ ਕਿ ਪ੍ਰੋਫੈਸਰ ਵੀ ਆਪਣੀਆਂ ਡਿਗਰੀਆਂ ਲੈ ਕੇ, ਪੜ੍ਹਾਈ ਪੂਰੀ ਕਰਕੇ ਜੇ ਨੌਕਰੀ ਮਿਲੇ ਤਾਂ ਨੌਕਰੀ 'ਤੇ ਲੱਗ ਜਾਂਦੇ ਨੇ। ਪ੍ਰੋਫੈਸਰ, ਮਾਸਟਰ ਅਤੇ ਹੋਰ ਕੋਈ ਜਿਹੜਾ ਵੀ ਅਹੁਦਾ ਮਿਲਦਾ ਹੈ ਉਹ ਵੀ ਉਦੋਂ ਮਗਰੋਂ ਰੱਟਾ ਸਿਸਟਮ ਵਾਲੀ ਚੀਜ਼ ਪੜ੍ਹ ਕੇ ਡਿਗਰੀ ਤਾਂ ਲੈ ਲਈ ਪਰ ਪੜ੍ਹਨ ਦਾ ਸ਼ੌਂਕ ਨਹੀਂ ਰੱਖਦੇ। ਅਤੇ ਜਿਹੜੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਨੇ ਉਹ ਤਾਂ ਮੁੜ ਮੁੜ ਕੇ ਉਹੀ ਸਿਲੇਬਸ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਨੇ, ਖੁਦ ਉਹੀ ਸਿਲੇਬਸ ਪੜ੍ਹ ਰਹੇ ਨੇ। ਇੱਕ ਤਰ੍ਹਾਂ ਦਾ ਇਹ ਕਹਿ ਲਈਏ ਕਿ ਪ੍ਰੋਫੈਸਰਾਂ ਦਾ ਮਾਨਸਿਕ ਵਿਕਾਸ ਵੀ ਰੁਕ ਜਾਂਦਾ ਹੈ ਜਿਤਨੀ ਦੇਰ ਆਪਣੇ ਅੰਦਰ ਹੋਰ ਪੜ੍ਹਨ ਦੀ, ਹੋਰ ਜਾਣਨ ਦੀ ਹੁੱਬ ਪੈਦਾ ਨਾ ਹੋਵੇ। ਤਾਂ ਮੈਂ ਜਦੋਂ ਵੀ ਕਿਤੇ ਸਫ਼ਰ ਕਰਦਾ ਅਤੇ ਆਮ ਤੌਰ 'ਤੇ ਸਫ਼ਰ ਦੇ ਵਿੱਚ ਵੀ ਆਪਣੇ ਕੋਲੇ ਕਿਤਾਬਾਂ ਰੱਖਦਾ। ਬੱਸ ਦੇ ਵਿੱਚ, ਰੇਲ ਦੇ ਵਿੱਚ, ਜਹਾਜ਼ ਦੇ ਵਿੱਚ, ਜਿੱਥੇ ਵੀ ਕਿਤੇ ਮੈਂ ਬੈਠਾ ਹੋਵਾਂ, ਵਿਹਲ ਹੋਵੇ ਤਾਂ ਉਦੋਂ ਜਾਂ ਤਾਂ ਵਿਚਾਰ ਵਟਾਂਦਰਾ ਹੋਵੇਗਾ ਜਾਂ ਫਿਰ ਮੈਂ ਕਿਤਾਬ ਪੜ੍ਹ ਰਿਹਾ ਹੋਵਾਂਗਾ ਅਤੇ ਜਾਂ ਆਰਾਮ ਕਰ ਰਿਹਾ ਹੋਵਾਂਗਾ। ਮੈਂ ਆਪਣੇ ਆਪ ਨੂੰ ਕੋਸ਼ਿਸ਼ ਕਰਦਾ ਕੰਮ ਕਰਨਾ, ਪੜ੍ਹਾਈ ਕਰਨੀ, ਆਰਾਮ ਕਰਨਾ, ਇਹਨਾਂ 'ਤੇ ਹਰ ਵਕਤ ਰੁਝੇਵਿਆਂ 'ਚ ਰੁੱਝੇ ਰਹਿਣਾ ਮੇਰੀ ਜ਼ਿੰਦਗੀ ਦਾ ਆਦਰਸ਼ ਬਣਿਆ ਹੋਇਆ ਹੈ। ਅਤੇ ਬਾਕੀਆਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਸਾਰੇ ਭੈਣ ਭਾਈ ਆਪਣੇ ਸਮੇਂ ਨੂੰ ਅਜਾਈ ਨਾ ਗਵਾਓ, ਸਟੱਡੀ ਕਰੋ, ਪੜ੍ਹਾਈ ਕਰੋ। ਅਤੇ ਇਸੇ ਤਰ੍ਹਾਂ ਜਿਹੜੇ ਦਸਮ ਗ੍ਰੰਥ ਦਾ ਸ਼ੋਰ ਮਚਾਉਂਦੇ ਨੇ ਕਿ ਤਾਂ ਬਾਣੀ ਹੈ, ਕੁਝ ਕਹਿੰਦੇ ਨੇ ਬਾਣੀ ਨਹੀਂ ਹੈ, ਤਾਂ ਫਿਰ ਪਿਆਰਿਓ ਉਹਨੂੰ ਵੀ ਆਪ ਪੜ੍ਹ ਕੇ ਵੇਖ ਲਓ ਉਹਦੇ 'ਚ ਲਿਖਿਆ ਹੋਇਆ ਕੀ ਹੈ, ਉਹ ਬਾਣੀ ਦੇ ਨਾਲ ਕਿਵੇਂ ਮੇਲ ਖਾਂਦੀ ਹੈ ਅਤੇ ਕਿਵੇਂ ਉਹਦੇ 'ਚ ਵਿਰੋਧ ਪ੍ਰਗਟ ਹੋ ਰਿਹਾ ਹੈ। ਕੀ ਉੱਥੇ ਨਾਨਕ ਨਾਮ ਉਸ ਕਵਿਤਾ ਦੇ ਵਿੱਚ ਦਸਮ ਗ੍ਰੰਥ ਵਾਲੀ 'ਚ ਹੈ ਕਿ ਨਹੀਂ ਹੈ? ਕਦੀ ਆਪ ਵੇਖ ਲਿਆ ਕਰੋ। ਉਹਦੀ ਜਿਹੜੀ ਲਿਖਣ ਦੀ ਤਰਤੀਬ ਹੈ ਉਹ ਗੁਰਬਾਣੀ ਨਾਲ ਮੇਲ ਖਾਂਦੀ ਹੈ ਕਿ ਨਹੀਂ ਖਾਂਦੀ ਹੈ? ਉਹਦੇ ਵਿੱਚ ਕਿਸੇ ਲਿਖਾਰੀ ਦਾ ਨਾਮ ਹੈ ਕਿ ਨਹੀਂ ਹੈ? ਉਹਦੇ ਵਿੱਚ ਮਹੱਲਾ ਪਹਿਲਾ, ਮਹੱਲਾ ਪੰਜਵਾਂ, ਮਹੱਲਾ ਨੌਵਾਂ ਜਾਂ ਭਗਤਾਂ ਦੀ ਬਾਣੀ ਇਸ ਤਰ੍ਹਾਂ ਕੋਈ ਤਰਤੀਬ ਹੈ ਕਿ ਨਹੀਂ ਹੈ? ਅਤੇ ਇਹ ਵੀ ਸਾਨੂੰ ਆਮ ਸਿੱਖਾਂ ਨੂੰ ਪਤਾ ਨਹੀਂ। ਜਿਵੇਂ ਕਿਸੇ ਸਾਧ ਨੇ, ਬਾਬੇ ਨੇ, ਪੜ੍ਹੇ ਲਿਖੇ ਨੇ, ਅਨਪੜ੍ਹ ਨੇ, ਜਿਹੋ ਜਿਹੀ ਕਹਾਣੀ ਦਿਲ ਕੀਤਾ ਸਟੇਜ 'ਤੇ ਸੁਣਾ ਦਿੱਤੀ, ਅਸੀਂ ਨੀਵੀਂ ਪਾ ਕੇ ਸਾਰਿਆਂ ਨੇ ਸੁਣ ਲਈ ਅਤੇ ਵਾਹਿਗੁਰੂ ਵਾਹਿਗੁਰੂ ਕਰਦੇ ਘਰਾਂ ਨੂੰ ਚਲੇ ਗਏ। ਇਸ ਤਰ੍ਹਾਂ ਉਮਰ ਬੀਤ ਜਾਂਦੀ ਹੈ ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਸੁਣਿਆ ਅਤੇ ਕੀ ਚੰਗਾ ਹੈ, ਕੀ ਮਾੜਾ ਹੈ, ਛੱਡਣ ਯੋਗ ਕਿਹੜੀ ਚੀਜ਼ ਹੈ ਅਤੇ ਅਪਣਾਉਣ ਯੋਗ ਕਿਹੜੀ ਚੀਜ਼ ਹੈ। ਹੁਣ ਆਪਾਂ ਆਉਂਦੇ ਹਾਂ ਜਿਹੜਾ ਜ਼ਫ਼ਰਨਾਮੇ ਦੀ, ਜਿੱਥੋਂ ਤੱਕ ਗੱਲ ਚੱਲ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਬੜੀ ਜ਼ੋਰ ਸ਼ੋਰ ਦੇ ਨਾਲ ਸਟੇਜ 'ਤੇ
ਉੱਚੀ ਆਵਾਜ਼ ਦੇ ਵਿੱਚ ਉਹ ਸੁਣਾਇਆ ਜਾਂਦਾ ਹੈ, ਖਾਸ ਕਰਕੇ ਢਾਡੀਆਂ ਵੱਲੋਂ, ਕਿ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਦੀ ਚਿੱਠੀ ਲਿਖੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਨੂੰ ਜਿਹੜੀ ਜਵਾਬ ਦੇ ਵਿੱਚ ਚਿੱਠੀ ਲਿਖੀ ਤਾਂ ਉਹਨੂੰ ਜ਼ਫਰਨਾਮਾ ਕਿਹਾ ਗਿਆ। ਅਤੇ ਉਹ ਚਿੱਠੀ ਜਦੋਂ ਔਰੰਗਜ਼ੇਬ ਕੋਲੇ ਪਹੁੰਚੀ, ਕਹਿੰਦੇ ਨੇ ਭਾਈ ਦਇਆ ਸਿੰਘ ਲੈ ਕੇ ਗਏ ਕਹਾਣੀਆਂ ਦੇ ਮੁਤਾਬਕ। ਉਹ ਚਿੱਠੀ ਕਈ ਦਿਨ ਤੱਕ ਭਾਈ ਦਇਆ ਸਿੰਘ ਨੂੰ ਉਡੀਕ ਕਰਨੀ ਪਈ ਕਿ ਉਹ ਔਰੰਗਜ਼ੇਬ ਨਾਲ ਮੁਲਾਕਾਤ ਨਾ ਹੋਈ। ਅਤੇ ਔਰੰਗਜ਼ੇਬ ਉਦੋਂ ਬਹੁਤ ਵੱਡੀ ਉਮਰ ਦਾ ਹੋ ਗਿਆ ਸੀ, ਕੋਈ ਸਰੀਰ ਢਿੱਲਾ ਚੱਲ ਰਿਹਾ ਸੀ। ਜਦੋਂ ਕਈ ਦਿਨਾਂ ਤੋਂ ਬਾਅਦ ਔਰੰਗਜ਼ੇਬ ਦੇ ਨਾਲ ਮਿਲਣ ਦਾ ਸਮਾਂ ਮਿਲਿਆ ਭਾਈ ਦਇਆ ਸਿੰਘ ਨੂੰ, ਕਿਉਂਕਿ ਹੋਰ ਕਿਸੇ ਨੂੰ ਇਹ ਚਿੱਠੀ ਦੇਣ ਦੀ ਇਜਾਜ਼ਤ ਨਹੀਂ ਸੀ। ਦਇਆ ਸਿੰਘ ਨੇ ਪਹਿਲਾਂ ਕਹਿ ਦਿੱਤਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਇਆ ਅਤੇ ਮੈਨੂੰ ਬਾਦਸ਼ਾਹ ਨਾਲ ਹੀ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ, ਜ਼ਰੂਰੀ ਚਿੱਠੀ ਮੈਂ ਬਾਦਸ਼ਾਹ ਦੇ ਹਵਾਲੇ ਕਰਨੀ ਚਾਹੁੰਦਾ। ਕਹਿੰਦੇ ਕੁਝ ਦਿਨਾਂ ਦੀ ਉਡੀਕ ਤੋਂ ਬਾਅਦ ਔਰੰਗਜ਼ੇਬ ਨੇ ਮਿਲਣ ਦਾ ਟਾਈਮ ਦੇ ਦਿੱਤਾ ਅਤੇ ਭਾਈ ਦਇਆ ਸਿੰਘ ਨੂੰ ਅੰਦਰ ਬੁਲਾ ਲਿਆ। ਜਦੋਂ ਦਇਆ ਸਿੰਘ ਨੇ ਕਹਾਣੀ ਦੇ ਮੁਤਾਬਕ ਫਤਿਹ ਬੁਲਾ ਕੇ ਉਹ ਪਾਸੇ ਖੜ੍ਹਾ ਹੋ ਗਿਆ ਅਤੇ ਔਰੰਗਜ਼ੇਬ ਨੇ ਫਾਰਸੀ 'ਚ ਲਿਖੀ ਉਹ ਚਿੱਠੀ ਪੜ੍ਹੀ। ਅਤੇ ਜਿਵੇਂ ਜਿਵੇਂ ਔਰੰਗਜ਼ੇਬ ਚਿੱਠੀ ਪੜ੍ਹਦਾ ਗਿਆ ਅਤੇ ਉਹਦੇ ਹਵਾ ਛੁੱਟਦੇ ਗਏ। ਹੌਲੀ ਹੌਲੀ ਜਦੋਂ ਸਾਰੀ ਚਿੱਠੀ ਪੜ੍ਹੀ ਤਾਂ ਔਰੰਗਜ਼ੇਬ ਗਸ਼ ਖਾ ਕੇ ਡਿੱਗ ਪਿਆ, ਜਾਣੀ ਕਿ ਬੇਹੋਸ਼ ਹੋ ਗਿਆ। ਬਸ ਕੁਝ ਸਮੇਂ ਤੋਂ ਬਾਅਦ ਉਹਨਾਂ ਦੇ ਸੇਵਕਾਂ ਨੇ ਸੰਭਾਲਿਆ, ਪਾਣੀ ਵਗੈਰਾ ਪਿਆਇਆ ਅਤੇ ਜਿੰਨੀ ਦੇਖਭਾਲ ਕਰ ਸਕਦੇ ਸਨ ਕੀਤੀ। ਪਰ ਉਹ ਚਿੱਠੀ ਪੜ੍ਹ ਕੇ ਇੰਨਾ ਸਦਮਾ ਪਹੁੰਚਿਆ ਔਰੰਗਜ਼ੇਬ ਨੂੰ ਕਿ ਉਹਦੀ ਮੌਤ ਹੀ ਹੋ ਗਈ। ਇਹ ਸੀ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਦੀ ਜ਼ਫਰਨਾਮੇ ਦੀ ਕਰਾਮਾਤ, ਤਾਕਤ। ਚਿੱਠੀ ਪੜ੍ਹ ਕੇ ਹੀ ਔਰੰਗਜ਼ੇਬ ਦੇ ਪ੍ਰਾਣ ਪਖੇਰੂ ਉਡਾਰੀ ਮਾਰ ਗਏ। ਉਹ ਧਰਤੀ 'ਤੇ ਚਿੱਤ ਕੀਤਾ ਪਿਆ। ਇਹ ਕਹਾਣੀਆਂ ਸਟੇਜਾਂ ਦੇ ਉੱਤੇ ਸੁਣਾਈਆਂ ਜਾਂਦੀਆਂ ਨੇ। ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ, ਸਾਰੇ ਗੁਰੂ ਸਾਹਿਬਾਨ ਜਿਨ੍ਹਾਂ ਨੂੰ ਅਸੀਂ ਬਹੁਤ ਮਹਾਨ ਮੰਨਦੇ ਹਾਂ, ਉਹਨਾਂ ਦਾ ਤਨੋਂ ਮਨੋਂ ਸਤਿਕਾਰ ਕਰਦੇ ਹਾਂ, ਉਹਨਾਂ ਸਾਰਿਆਂ ਦੀ ਉਮਰ ਬਹੁਤ ਛੋਟੀ ਰਹੀ ਹੈ। ਉਹਨਾਂ ਦੀ ਉਮਰ ਇੰਨੀ ਲੰਮੀ ਨਹੀਂ ਹੋ ਸਕੀ। ਕਾਰਨ ਬਹੁਤ ਸਾਰੇ ਨੇ, ਉਹ ਤਾਂ ਮੈਂ ਵੱਖਰੇ ਥਾਂ 'ਤੇ ਲਿਖਦਾ ਜਾਂ ਬੋਲਦਾ ਰਹਿਣਾ ਕਿ ਗੁਰੂ ਸਾਹਿਬਾਨਾਂ ਨੂੰ ਸਰੀਰਕ ਤੌਰ 'ਤੇ ਨੁਕਸਾਨ ਪਹੁੰਚਾਉਣ ਵਾਸਤੇ ਬਹੁਤ ਵੱਡੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਨੇ। ਨਹੀਂ ਤਾਂ ਬਿਨਾਂ ਕਿਸੇ ਵੱਡੀ ਬਿਮਾਰੀ ਤੋਂ, ਬਿਨਾਂ ਕਿਸੇ ਵੱਡੇ ਹਮਲੇ ਤੋਂ, ਜਿਹਦਾ ਸਾਨੂੰ ਪਤਾ ਨਹੀਂ ਹੈ, ਦਿਸਦਾ ਹਮਲਾ ਨਹੀਂ ਹੈ, ਤਾਂ ਉਹਨਾਂ ਦੇ ਅਣਦਿਸਦੇ ਹਮਲਿਆਂ ਦੇ ਨਾਲ ਅੰਦਰ ਖਾਤੇ ਭੇਤੀ ਬੰਦਿਆਂ ਤੋਂ ਗੁਰੂ ਸਾਹਿਬ ਨੂੰ ਕਿਵੇਂ ਨੁਕਸਾਨ ਪਹੁੰਚਾਇਆ ਗਿਆ, ਉਹਨਾਂ ਨੂੰ ਕਿਵੇਂ ਲੇਖੇ ਲਾਇਆ ਗਿਆ, ਇਹਦੇ ਸਬੂਤ ਤਾਂ ਸਾਡੇ ਕੋਲੇ ਨਹੀਂ ਮਿਲਦੇ। ਪਰ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਸਾਰੇ ਗੁਰੂ ਸਾਹਿਬਾਨਾਂ ਨੂੰ ਸ਼ਹੀਦ ਹੀ ਕੀਤਾ ਗਿਆ, ਕਿਉਂਕਿ ਉਹਨਾਂ ਦੇ ਜੋਤੀ ਜੋ ਸਮਾਉਣਾ ਅਸੀਂ ਕਹਿ ਤੇ ਦਿੰਦੇ ਹਾਂ, ਪਰ ਉਹਦੇ ਕਾਰਨ ਕੀ ਸੀ? ਗੱਲ ਗੁਰੂ ਨਾਨਕ ਸਾਹਿਬ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਅਤੇ 10ਵੇਂ ਪਾਤਸ਼ਾਹ ਤੱਕ ਪਹੁੰਚ ਜਾਂਦੀ ਹੈ। ਸੰਤੋਖ ਸਿੰਘ ਦੇ ਮੁਤਾਬਕ 10ਵੇਂ ਪਾਤਸ਼ਾਹ ਵੀ ਘੋੜੇ ਸਮੇਤ ਉਡਾਰੀ ਮਾਰ ਕੇ ਚਲੇ ਗਏ। ਜੇ ਉਹ ਉਡਾਰੀ ਮਾਰ ਕੇ ਚਲੇ ਗਏ ਵਾਲੀ ਗੱਲ ਮੰਨ ਲਈਏ ਤਾਂ ਇਹਦਾ ਮਤਲਬ ਹੈ ਉਹਨਾਂ ਦਾ ਜੋ ਦੇਹ ਹੈ ਉਹ ਨਹੀਂ ਮਿਲੀ ਉੱਥੇ, ਉਹ ਕਿਧਰੇ ਦੇਹ ਅਲੋਪ ਹੋ ਗਈ। ਇਹਦਾ ਮਤਲਬ ਕੋਈ ਸਾਜ਼ਿਸ਼ ਰਚੀ ਗਈ ਹੈ। ਇਹ ਤਾਂ ਆਪਾਂ ਨੂੰ ਪਤਾ ਹੈ ਕਿ ਛੁਰਾ ਤਾਂ ਪਹਿਲਾਂ ਮਾਰਿਆ ਗਿਆ ਸੀ, ਹੋ ਸਕਦਾ ਹੈ ਉਹਨਾਂ ਦੀ ਦੇਹ ਨੂੰ ਵੀ ਕਿਤੇ ਦੁਸ਼ਮਣਾਂ ਵੱਲੋਂ ਅਲੋਪ ਕਰ ਦਿੱਤਾ ਗਿਆ ਹੋਵੇ। ਉਡਾਰੀ ਮਾਰ ਕੇ ਜਾਣ ਵਾਲੀ ਤਾਂ ਗੱਲ ਹੀ ਝੂਠੀ ਹੈ, ਉੱਪਰ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਬਾਕੀ ਗੁਰੂ ਸਾਹਿਬਾਨਾਂ ਨਾਲ ਵੀ ਇਸ ਤਰ੍ਹਾਂ ਦੇ ਭਾਣੇ ਵਾਪਰੇ ਨੇ, ਭਾਵ ਕਿ ਉਹਨਾਂ ਨੂੰ ਕੋਈ ਜ਼ਹਿਰ, ਕੋਈ ਹੋਰ ਤੌਰ ਤਰੀਕਾ ਵਰਤਿਆ ਅਤੇ ਉਹਨਾਂ ਨੂੰ ਵੀ ਇਸ ਤਰ੍ਹਾਂ ਲੇਖੇ ਲਾਇਆ ਗਿਆ, ਨੁਕਸਾਨ ਪਹੁੰਚਾਇਆ ਗਿਆ, ਸ਼ਹੀਦ ਕੀਤਾ ਗਿਆ। ਹੁਣ ਇੱਥੇ ਮੈਂ ਇਹ ਬੇਨਤੀ ਕਰਨ ਲੱਗਿਆ, ਜੇ ਕਿਤੇ ਜ਼ਫਰਨਾਮਾ ਪੜ੍ਹ ਕੇ ਹੀ ਔਰੰਗਜ਼ੇਬ ਦੀ ਮੌਤ ਹੋ ਸਕਦੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਇਹ ਜ਼ਫਰਨਾਮਾ ਪਹਿਲਾਂ ਹੀ ਲਿਖ ਦਿੰਦੇ ਤੇ ਇੰਨੇ ਜੰਗ ਯੁੱਧ ਲੜਨ ਦੀ ਕੀ ਲੋੜ ਪਈ ਸੀ? ਜੇ ਚਿੱਠੀਆਂ ਨਾਲ ਐਡਾ ਵੱਡਾ ਬਾਦਸ਼ਾਹ ਮਾਰਿਆ ਜਾ ਸਕਦਾ ਹੈ, ਫਿਰ ਗੁਰੂ ਸਾਹਿਬ ਨੂੰ ਕਿਲੇ ਬਣਾਉਣੇ ਆਪਣੇ। ਪਹਿਲਾਂ ਤਾਂ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋ ਗਏ, ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਪਤਾ ਲੱਗ ਗਿਆ ਕਿ ਇਹ ਰਾਹ ਬਹੁਤ ਖਤਰਨਾਕ ਹੈ। ਬਾਦਸ਼ਾਹ ਨੇ ਸਾਡੇ ਨਾਲ ਸਮਝੌਤਾ ਈਨ ਮਨਾਉਣ ਤੋਂ ਬਿਨਾਂ ਨਹੀਂ ਕਰਨਾ, ਅਸੀਂ ਨੀਵੇਂ ਹੋਣਾ ਨਹੀਂ ਚਾਹੁੰਦੇ ਤੇ ਬਾਦਸ਼ਾਹ ਸਾਨੂੰ ਜਿਉਣ ਨਹੀਂ ਦੇਵੇਗਾ, ਇਸ ਕਰਕੇ ਹੁਣ ਅਣਖ ਦੇ ਨਾਲ ਮਰਨਾ ਹੀ ਬਿਹਤਰ ਰਹੇਗਾ। ਉਹਨਾਂ ਨੇ ਇਸ ਕੰਮ ਵਾਸਤੇ ਪੂਰੀ ਤਿਆਰੀ ਕੀਤੀ, ਫੌਜ ਤਿਆਰ ਕੀਤੀ, ਕਿਲੇ ਬਣਾਏ, ਜਿੰਨੇ ਹੋ ਸਕਦੇ ਸੀ ਹਥਿਆਰ ਇਕੱਠੇ ਕੀਤੇ, ਘੋੜਿਆਂ ਦਾ ਪ੍ਰਬੰਧ ਕੀਤਾ, ਆਪਣੇ ਬਾਲ ਬੱਚਿਆਂ ਪਰਿਵਾਰਾਂ ਨੂੰ ਕਿਵੇਂ ਸੰਭਾਲਣਾ ਹੈ ਇਹ ਯੋਗ ਪ੍ਰਬੰਧ ਕੀਤੇ। ਤਾਂ ਫਿਰ ਇਹ ਕਰਨ ਦੀ ਕੀ ਲੋੜ ਪਈ ਸੀ ਜੇ ਚਿੱਠੀ ਦੇ ਨਾਲ ਹੀ ਔਰੰਗਜ਼ੇਬ ਨੂੰ ਮਾਰਿਆ ਜਾ ਸਕਦਾ ਸੀ? ਪਰ ਕੋਈ ਵੀ ਬੰਦਾ ਇਹਨਾਂ ਗੱਲਾਂ ਨੂੰ ਮੂੰਹ ਖੋਲ੍ਹ ਕੇ ਕਹਿਣ ਨੂੰ ਤਿਆਰ ਨਹੀਂ ਹੈ। ਤੇ ਔਰੰਗਜ਼ੇਬ ਦੀ ਉਮਰ ਉਸ ਵੇਲੇ
ਬਹੁਤੇ ਵੀਰਾਂ ਭੈਣਾਂ ਨੂੰ ਪਤਾ ਨਹੀਂ ਹੋਣਾ, ਜਦੋਂ ਉਹ ਮਰਿਆ ਸੀ ਤਾਂ ਉਦੋਂ ਉਹਦੀ 92 ਸਾਲ ਦੀ ਉਮਰ ਸੀ। 92 ਸਾਲ, ਇੱਕ ਸਦੀ ਪੂਰੀ ਹੋਣ ਤੋਂ ਕੇਵਲ 7-8 ਸਾਲ ਬਾਕੀ ਸਨ ਤੇ ਗੁਰੂ ਗੋਬਿੰਦ ਸਿੰਘ ਦੀ ਉਮਰ ਉਦੋਂ ਕੇਵਲ 42-43 ਸਾਲ ਦੀ ਸੀ। ਗੁਰੂ ਪਿਆਰ ਵਾਲਿਓ, ਕਦੀ ਸੋਚ ਕੇ ਤਾਂ ਵੇਖੋ, ਉਹ ਬੰਦਾ 92 ਸਾਲ ਤੱਕ ਜੀਵਤ ਹੈ ਤੇ ਜਫਰਨਾਮੇ ਦੇ ਨਾਲ ਮਰਦਾ ਕਿਹਾ ਜਾਂਦਾ ਹੈ, ਤਾਂ ਇਤਨਾ ਲੰਮਾ ਸਮਾਂ ਉਹ ਜੀਵਤ ਰਹਿ ਗਿਆ। ਇਦੋਂ ਵੱਧ ਉਮਰ ਤਾਂ ਬਹੁਤ ਘੱਟ ਲੋਕਾਂ ਦੀ ਹੁੰਦੀ ਸੀ। ਉਹ ਤਾਂ ਇਹਨੇ ਜੰਗ ਯੁੱਧ ਲੜ ਕੇ ਅਨੇਕਾਂ ਤਰ੍ਹਾਂ ਦੀਆਂ ਆਪਣੇ ਸਿਰ ਦੇ ਉੱਤੇ ਮੁਸੀਬਤਾਂ ਝੱਲ ਕੇ ਤੇ ਕਈ ਬਗਾਵਤਾਂ ਨੂੰ ਦਬਾ ਕੇ ਤੇ ਆਪਣੇ ਪੁੱਤਰਾਂ ਨੂੰ ਵੀ ਕੈਦ ਕਰਕੇ, ਆਪਣੇ ਪਿਤਾ ਨੂੰ ਵੀ ਕੈਦ ਕਰਕੇ, ਅਨੇਕਾਂ ਪਰੇਸ਼ਾਨੀਆਂ ਦੇ ਵਿੱਚੋਂ ਦੀ ਲੰਘ ਕੇ ਵੀ, ਭਾਵੇਂ ਉਹਨੇ ਕੰਮ ਚੰਗੇ ਕੀਤੇ ਜਾਂ ਮਾੜੇ ਕੀਤੇ, ਪਰ ਉਹ ਜਿਉਂਦਾ ਰਿਹਾ। ਆਪਣਾ ਜਿਹੜਾ ਦਿਮਾਗ ਉਹਦਾ ਇੰਨਾ ਮਜ਼ਬੂਤ ਸੀ ਕਿ ਉਹ ਦੌਰਾ ਪੈ ਕੇ ਜਾਂ ਬਿਮਾਰੀ ਲੱਗ ਕੇ ਨਹੀਂ ਮਰਿਆ, ਬਲਕਿ 92 ਸਾਲ ਦੀ ਉਮਰ ਭੋਗ ਕੇ ਆਪਣੀ ਮੌਤੇ ਆਪ ਮਰਿਆ। ਤੇ ਕਹਾਣੀਆਂ ਪਾਉਣ ਵਾਲੇ ਭਰਾਵਾਂ ਨੇ ਪਾ ਦਿੱਤੀਆਂ ਕਿ ਉਹ ਤਾਂ ਜਫਰਨਾਮਾ ਚਿੱਠੀ ਪੜ੍ਹ ਕੇ ਹੀ ਉਹਦੀ ਮੌਤ ਹੋ ਗਈ। ਤੇ ਹੁਣ ਜਫਰਨਾਮੇ ਦਾ ਥੋੜ੍ਹਾ ਜਿਹਾ ਆਪਾਂ ਵਿਚਾਰ ਕਰ ਲਈਏ। ਇਹ ਵਿਚਿੱਤਰ ਨਾਟਕ 10ਵੇਂ ਗ੍ਰੰਥ ਦੇ ਵਿੱਚ ਅਖੀਰਲੇ ਹਿੱਸੇ 'ਚ ਜਫਰਨਾਮਾ ਲਿਖਿਆ ਹੋਇਆ ਹੈ ਤੇ ਇਹ ਜਫਰਨਾਮਾ ਇੱਕ ਚਿੱਠੀ ਦੇ ਉੱਤੇ ਲਿਖਿਆ ਹੋਇਆ ਸਰਲੇਖ, ਪਰ ਬਾਕੀ ਸਾਰੀਆਂ ਇਹ ਹਕਾਇਤਾਂ ਲਿਖੀਆਂ ਹੋਈਆਂ ਨੇ। ਇਹ ਕੁੱਲ 10ਵੇਂ ਗ੍ਰੰਥ ਦੇ ਅਖੀਰ ਦੇ ਵਿੱਚ 12 ਹਕਾਇਤਾਂ ਨੇ। ਇਹ 12 ਹਕਾਇਤਾਂ ਇਸਲਾਮ ਦੇ ਧਰਮ ਦੇ ਵਿੱਚ ਉਹਨਾਂ ਲੋਕਾਂ ਦੇ ਵਿੱਚ ਚੱਲਦੀਆਂ ਲੋਕੋ ਕਥੀਆਂ ਨੇ, ਜਿਵੇਂ ਪੁਰਾਣਿਕ ਪਾਤਰ ਹੁੰਦੇ ਨੇ, ਮਿਥਿਹਾਸਕ ਕਹਾਣੀਆਂ ਹੁੰਦੀਆਂ ਨੇ, ਕਰਾਮਾਤੀ ਪਰੀ ਕਹਾਣੀਆਂ ਹੁੰਦੀਆਂ ਨੇ। ਉਸ ਤਰ੍ਹਾਂ ਦੀਆਂ 12 ਪਰੀ ਕਹਾਣੀਆਂ ਫਾਰਸੀ ਦੇ ਵਿੱਚ ਲਿਖੀਆਂ ਹੋਈਆਂ ਨੇ ਤੇ ਇਸੇ ਤਰ੍ਹਾਂ ਇਹ ਜਫਰਨਾਮਾ ਵੀ ਇਹ ਫਾਰਸੀ 'ਚ ਲਿਖੀ ਗਈ ਇੱਕ ਕਰਾਮਾਤੀ ਕਹਾਣੀ ਹੈ ਤੇ ਇਹ ਬਾਕੀ ਜਿਹੜੀਆਂ 11 ਕਹਾਣੀਆਂ ਨੇ ਉਹ ਵੀ ਇਸੇ ਦੇ ਨਾਲ ਮਿਲਦੀਆਂ ਜੁਲਦੀਆਂ ਨੇ। ਤੇ ਇਹ ਜਫਰਨਾਮਾ, ਇਹਦਾ ਨਾਮ ਕਿਵੇਂ ਧਰਿਆ, ਕਿਵੇਂ ਚੱਲਿਆ, ਇਹ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਕਿ ਇਹਨੂੰ ਕਿਵੇਂ ਸਾਹਮਣੇ ਲਿਆਂਦਾ, ਇਹਦੀ ਇਤਿਹਾਸਕਤਾ ਕੀ ਹੈ। ਪਹਿਲੀ ਗੱਲ ਤਾਂ ਇਹ ਸੋਚੋ ਕਿ ਇਹ ਸਿੱਖਾਂ ਕੋਲ ਕਿਵੇਂ ਆ ਜਾਵੇਗਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਨੇ 1708 ਦੇ ਵਿੱਚ, ਜਾਂ ਜਦੋਂ ਔਰੰਗਜ਼ੇਬ ਮਰਿਆ 1706 ਦੇ ਵਿੱਚ, ਤਾਂ ਕੀ ਉਦੋਂ ਕੋਈ ਫੋਟੋਸਟੈਟ ਮਸ਼ੀਨਾਂ ਹੁੰਦੀਆਂ ਸੀ? ਇੱਕ ਕਾਪੀ ਤਾਂ ਜਫਰਨਾਮੇ ਦੀ ਕਿਹਾ ਜਾਂਦਾ ਹੈ ਭਾਈ ਦਇਆ ਸਿੰਘ ਔਰੰਗਜ਼ੇਬ ਦੇ ਕਰਿੰਦਿਆਂ ਨੂੰ ਦੇ ਆਇਆ, ਔਰੰਗਜ਼ੇਬ ਦੇ ਦਫ਼ਤਰ 'ਚ ਫੜਾ ਆਇਆ, ਉੱਥੇ ਉਹ ਕਾਪੀ ਰਹਿ ਗਈ। ਪਰ ਸਿੱਖਾਂ ਕੋਲੇ ਉਹ ਕਾਪੀ ਵਾਪਸ ਕਿੱਥੋਂ ਆ ਗਈ? ਕੋਈ ਹਵਾਲਾ ਦੇਣ ਨੂੰ, ਸੁਣਨ ਨੂੰ, ਮੰਨਣ ਨੂੰ ਤੇ ਕੁਝ ਵੀ ਕਹਿਣ ਨੂੰ, ਬੋਲਣ ਨੂੰ ਤਿਆਰ ਨਹੀਂ ਹੈ। ਉਹ ਕਾਪੀ ਕੀ ਪਹਿਲਾਂ ਹੀ ਇੱਕ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਕੋਲ ਨਕਲ ਕਰਕੇ ਰੱਖ ਲਈ ਸੀ? ਇਹੋ ਜਿਹਾ ਕੁਝ ਵੀ ਨਹੀਂ ਹੈ। ਫਿਰ ਇਹ ਜਿਹੜੀ ਕਾਪੀ ਵਿਖਾਈ ਜਾਂਦੀ ਹੈ, ਇਹ ਆਈ ਕਿੱਥੋਂ ਹੈ? ਇਹਦੀ ਅਸਲੀਅਤ ਕੀ ਹੈ? ਤੇ ਜਿਹੜਾ ਔਰੰਗਜ਼ੇਬ ਦੇ ਸਮੇਂ ਦਾ ਲਿਖਤ ਇਤਿਹਾਸ ਹੈ ਉਹਦੇ ਵਿੱਚ ਕਿਤੇ ਵੀ ਇਸ ਚਿੱਠੀ ਦਾ ਕੋਈ ਜ਼ਿਕਰ ਨਹੀਂ ਮਿਲਦਾ। ਸਭ ਤੋਂ ਪਹਿਲੀ ਵਾਰੀ ਇਹ ਕਿੱਥੋਂ ਆਈ ਉਹ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਿਆ। ਅਯੁੱਧਿਆ ਬਾਬੂ ਜਗਨਨਾਥ ਬੀਏ ਨੇ ਅਗਸਤ 1922 ਵਿੱਚ ਇਸ ਪੱਤਰ ਦਾ ਪਹਿਲੀ ਵਾਰੀ ਜ਼ਿਕਰ ਕੀਤਾ, ਭਾਵ ਕਿ ਜਫਰਨਾਮੇ ਦਾ। ਨਾਗਰੀ ਪ੍ਰਚਾਰਨੀ ਪੱਤਰਕਾ ਭਾਗ 3 ਅੰਕ 2 1979 ਬਿਕਰਮੀ ਨੂੰ ਛਤਰਪਤੀ ਸ਼ਿਵਾਜੀ ਮਰਾਠਾ ਦੀ ਮਿਰਜ਼ਾ ਜੈ ਸਿੰਘ ਦੇ ਨਾਂ ਇੱਕ ਫਾਰਸੀ ਵਿੱਚ ਲਿਖੀ ਚਿੱਠੀ ਪ੍ਰਕਾਸ਼ਿਤ ਇਸ ਅਯੁੱਧਿਆ ਬਾਬੂ ਜੀ ਨੇ ਕੀਤੀ। ਉਸ ਦੀ ਭੂਮਿਕਾ ਵਿੱਚ ਉਹਨਾਂ ਨੇ 30 ਸਾਲ ਪਹਿਲਾਂ ਪਟਨਾ ਦੇ ਮਹੰਤ ਸੁਮੇਰ ਸਿੰਘ 1847 ਤੋਂ 1903 ਬਿਕਰਮੀ ਤੋਂ 2 ਇਤਿਹਾਸਕ ਪੱਤਰਾਂ ਦੀਆਂ ਨਕਲਾਂ ਲਈਆਂ ਦੱਸੀਆਂ, ਭਾਵ ਆਪਣੀ ਪੱਤਰਕਾ 'ਚ ਉਹਨੇ ਲਿਖਿਆ। ਇਹ ਪੱਤਰ ਉਹ ਕਹਿੰਦਾ ਫਾਰਸੀ ਵਿੱਚ ਸਨ। ਇੱਕ ਸ਼ਿਵਾਜੀ ਵੱਲੋਂ ਜੈ ਸਿੰਘ ਵੱਲ, ਇੱਕ ਗੁਰੂ ਗੋਬਿੰਦ ਸਿੰਘ ਵੱਲੋਂ ਔਰੰਗਜ਼ੇਬ ਵੱਲ ਸੀ। ਬਾਬੂ ਜਗਨਨਾਥ ਨੂੰ ਕੁਝ ਸਮਾਂ ਇਹ ਖਤ ਨਾ ਮਿਲੇ। ਫਿਰ ਪਿਆਰਾ ਸਿੰਘ ਪਦਮ ਦੇ ਹਵਾਲੇ ਮੁਤਾਬਕ ਕੁਝ ਸਮੇਂ ਮਗਰੋਂ ਗੁਰੂ ਗੋਬਿੰਦ ਸਿੰਘ ਵਾਲੇ ਖਤ ਦੀ ਇੱਕ ਨਕਲ ਬਾਹਰੋਂ ਝਾੜੀਆਂ 'ਚੋਂ ਫਟੇ ਪੁਰਾਣੇ ਢੰਗ ਨਾਲ ਮਿਲ ਗਈ। ਪੁਰਾਣੇ ਫਟੇ ਕਾਗਜ਼ਾਂ ਦੇ ਟੁਕੜੇ ਜੋੜ ਕੇ ਬਾਬੂ ਜਗਨਨਾਥ ਜੀ ਨੇ ਇਸ ਦੇ 23 ਸ਼ੇਰ ਆਪਣੇ ਕੋਲੇ ਲਿਖ ਲਏ। ਇਸ ਦੀ ਨਕਲ, ਜਿਹੜੇ ਸ਼ੇਰ ਲਿਖੇ ਸੀ, ਜਿਹੜੀ ਓਰੀਜਨਲ ਉਹਨੂੰ ਮਿਲੇ ਸੀ, ਉਹਦਾ ਕੋਈ ਪਤਾ ਨਹੀਂ ਉਹ ਕਿੱਥੇ ਗਈ। ਇਸ ਦੀ ਨਕਲ ਭਾਈ ਉਮਰਾਓ ਸਿੰਘ ਮਜੀਠੀਆ, ਭਾਈ ਵੀਰ ਸਿੰਘ ਤੇ ਕਾਹਨ ਸਿੰਘ ਨੂੰ ਭੇਜ ਦਿੱਤੀ।
ਭਾਈ ਵੀਰ ਸਿੰਘ ਨੇ ਪਹਿਲੀ ਵਾਰ 16/7/1942 ਨੂੰ ਖਾਲਸਾ ਸਮਾਚਾਰ ਅਖਬਾਰ ਵਿੱਚ ਇਸ ਚਿੱਠੀ ਨੂੰ ਛਾਪ ਦਿੱਤਾ। 2.5 ਸਾਲ ਮਗਰੋਂ ਸਰਦਾਰ ਕਪੂਰ ਸਿੰਘ ਨੇ ਅਜੀਤ ਅਖਬਾਰ, ਜਿਹੜਾ ਉਦੋਂ ਉਰਦੂ 'ਚ ਛਪਦਾ ਸੀ, 1944 ਵਿੱਚ ਇਹੀ ਖਤ ਛਾਪ ਕੇ, ਜਿਹਦਾ ਨਾਮ ਪਹਿਲਾਂ ਫਤਿਹਨਾਮਾ ਸੀ, ਇਹਦਾ ਨਾਮ ਫਤਿਹਨਾਮਾ ਬਾਅਦ ਦੇ ਵਿੱਚ ਪ੍ਰਚਲਿਤ ਹੋ ਗਿਆ। ਅੱਜ ਕੱਲ੍ਹ ਤਾਂ ਇਹਨੂੰ ਜਫਰਨਾਮਾ ਕਹਿਣ ਲੱਗ ਪਏ ਨੇ। ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਜਫਰਨਾਮਾ ਜਾਂ ਫਤਿਹਨਾਮਾ ਆਖਿਆ ਜਾ ਰਿਹਾ ਹੈ, ਉਸ ਦਾ ਇਹੀ ਪਿਛੋਕੜ ਹੈ। ਇਹਦਾ ਹਵਾਲਾ ਬ੍ਰਿਗੇਡੀਅਰ ਦਲਜੀਤ ਸਿੰਘ ਗੁਰਮਤ ਪ੍ਰਕਾਸ਼, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਗਜ਼ੀਨ ਛਪਦਾ ਹੈ, ਉਹਦੇ ਫਰਵਰੀ ਅੰਕ 1944 ਵਿੱਚ ਇਹ ਸਾਰਾ ਕੁਝ ਛਪਿਆ ਹੋਇਆ ਮਿਲ ਜਾਂਦਾ ਹੈ। ਗੁਰੂ ਪਿਆਰ ਵਾਲਿਓ, ਇਸ ਜਫਰਨਾਮੇ ਦੀ ਕੋਈ ਵੀ ਇਤਿਹਾਸਕ ਅਸਲੀਅਤ ਨਹੀਂ ਹੈ, ਇਹਦੀ ਕੋਈ ਸਾਨੂੰ ਸਿੱਖਿਆ ਦੇਣ ਵਾਲੀ ਗੱਲ ਨਹੀਂ ਹੈ। ਬਸ ਜਿਹੜਾ ਵੀ ਮਨ ਕਰਦਾ ਹੈ ਸਟੇਜ ਦੇ ਉੱਤੇ ਗੱਲਾਂ ਸੁਣਾ ਕੇ ਤੁਰਦਾ ਹੁੰਦਾ ਹੈ। ਤੇ ਇਹਨਾਂ ਚਿੱਠੀਆਂ ਦੇ ਨਾਲ ਕਦੇ ਕਿਸੇ ਦੀ ਮੌਤ ਨਹੀਂ ਹੋਇਆ ਕਰਦੀ। ਆਪਾਂ ਕਰਾਮਾਤੀ ਕਹਾਣੀਆਂ ਤੋਂ ਆਪਣੇ ਆਪ ਨੂੰ ਸੰਕੋਚ ਕਰੀਏ, ਸੱਚਾਈ ਨੂੰ ਆਪਣੇ ਸਾਹਮਣੇ ਰੱਖੀਏ ਤੇ ਗੁਰੂ ਸਾਹਿਬ ਨੇ ਜੋ ਇੰਨੇ ਵੱਡੇ ਕਾਰਜ ਕਰਨੇ ਸੀ ਉਹਨਾਂ ਦਾ ਅਸੀਂ ਅਧਿਐਨ ਕਰੀਏ ਤੇ ਜਿਹੜੇ ਉਹਨਾਂ ਨੇ ਕੰਮ ਕਰ ਦਿੱਤੇ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਅਪਣਾਉਣ ਦਾ ਉਪਰਾਲਾ ਕਰੀਏ। ਜਿਹੜਾ ਉਹਨਾਂ ਨੇ ਗੁਰਬਾਣੀ 'ਚ ਗਿਆਨ ਦਿੱਤਾ ਹੈ ਉਸ ਗਿਆਨ ਨੂੰ ਆਪਣੇ ਸਮਾਜ ਵਿੱਚ ਪ੍ਰਚਲਿਤ ਕਰੀਏ ਤੇ ਉਹ ਅਸੀਂ ਕੁਝ ਵੀ ਨਹੀਂ ਕਰ ਸਕੇ। ਇੱਧਰੋਂ ਉੱਧਰੋਂ ਪਕੜ ਕੇ ਮਿਥਿਹਾਸਕ, ਪੁਰਾਣਿਕ ਤੇ ਝੂਠੀਆਂ ਕਹਾਣੀਆਂ ਨੂੰ ਆਪਾਂ ਅੱਜ ਤੱਕ ਸਟੇਜਾਂ 'ਤੇ ਸੁਣਾਉਂਦੇ ਆ ਰਹੇ ਹਾਂ ਤੇ ਇਹਦਾ ਹੀ ਨਤੀਜਾ ਹੈ ਕਿ ਅੱਜ ਸਿੱਖ ਸਮਾਜ ਬਹੁਤ ਪਛੜ ਗਿਆ ਹੈ। ਸਭ ਤੋਂ ਅੱਗੇ ਹੋਣ ਵਾਲਾ ਇਹ ਸਮਾਜ ਅੱਜ ਸਿੱਖਾਂ ਦਾ ਸਭ ਤੋਂ ਪਿੱਛੇ ਚਲਾ ਗਿਆ। ਇੱਥੇ ਘਰ ਘਰ ਸਾਧ, ਡੇਰੇ, ਅਣਪੜ੍ਹਤਾ, ਬਹਿਸ ਮੁਵਾਸਾ, ਗਾਲੀ ਗਲੋਚ, ਘਟੀਆ ਹਰਕਤਾਂ ਤੇ ਆਪਸ ਦੇ ਵਿੱਚ ਲੜਾਈ ਝਗੜੇ, ਵੈਰ ਵਿਰੋਧ, ਇੱਕ ਦੂਜੇ ਨੂੰ ਠਿੱਬੀ ਲਾਉਣੀ, ਸਾਰੇ ਬੁਰੇ ਕੰਮ ਅੱਜ ਲਗਭਗ ਸਿੱਖਾਂ ਵਿੱਚ ਆ ਚੁੱਕੇ ਨੇ। ਤੇ ਅਸੀਂ ਹੋਰ ਚੰਗੇ ਇਨਸਾਨ ਬਣਨ ਵਾਸਤੇ ਕੋਈ ਸਕੂਲ, ਕੋਈ ਕਾਲਜ, ਕੋਈ ਯੂਨੀਵਰਸਿਟੀਆਂ ਤੇ ਕੋਈ ਹਸਪਤਾਲ ਜਾਂ ਹੋਰ ਪਰਉਪਕਾਰ ਦੇ ਕਾਰਜ ਆਪਣੇ ਨੌਜਵਾਨਾਂ ਨੂੰ, ਆਪਣੇ ਸਮਾਜ ਨੂੰ ਸੰਭਾਲਣ ਵਾਸਤੇ ਉਸ ਪਾਸੇ ਸਾਡਾ ਧਿਆਨ ਹੀ ਨਹੀਂ ਰਿਹਾ। ਇਹ ਜਫਰਨਾਮੇ ਆਦਿਕ ਨੇ ਸਾਡਾ ਕੁਝ ਵੀ ਨਹੀਂ ਸੰਵਾਰਨਾ। ਜੇ ਸੰਵਾਰਨਾ ਤਾਂ ਅੱਜ ਦੇ ਹਾਲਾਤ ਦੇ ਅਨੁਸਾਰ ਆਪਣੇ ਨੌਜਵਾਨਾਂ ਦੀ ਸੰਭਾਲ ਕਰੀਏ ਤਾਂ ਸਿੱਖ ਪੰਥ ਦੀ ਚੜ੍ਹਦੀ ਕਲਾ ਹੋ ਸਕਦੀ ਹੈ। ਨਹੀਂ ਤਾਂ ਜਿਹੜੀ ਹਾਲਤ ਸਾਡੀ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਨਿੱਘਰਦੀ ਜਾ ਰਹੀ ਹੈ ਉਹ ਹੋਰ ਨਿੱਘਰਦੀ ਚਲੀ ਜਾਵੇਗੀ। ਫਿਰ ਤੇ ਉਹੀ ਗੱਲ ਹੈ, बेड़ा बंध न सके बंधन की बेड़ा, पर सरबर जब उछलै तब तरन दोहेला, तब तरन दोहेला। इतने के बचन प्रवान करने, होइयां भुल्लां लई खिमा करना। वाहिगुरू जी का खालसा, वाहिगुरू जी की फतेह।